ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਜੋ ਸ਼ਬਦ ਅੱਜ ਆਪਾਂ ਵਿਚਾਰ ਕਰਦੇ ਹਾਂ। ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ, ਤਾਹੂ ਖਰੇ ਸੁਜਾਨ ਬੰਵਾਇਨੀ ਕੱਪਰੀ। ਇਹਦਾ ਜੋ ਮਹਾਰਾਜ ਨੇ ਸਾਨੂੰ ਮੈਟਾਫਰ ਦਿੱਤਾ ਆ, ਜੋ ਇਹਦਾ ਸਾਨੂੰ ਭਾਵ ਅੰਤਰੀਵ ਭਾਵ ਦਿੱਤਾ ਆ ਕਿ ਇਹ ਜਿਹੜਾ ਸਮੁੰਦਰ ਆ ਨਾ, ਜਿਹੜਾ ਜਿਹਨੂੰ ਅਸੀਂ ਸਮੁੰਦਰ ਕਹਿੰਦੇ ਹਾਂ, ਦੂਜੇ ਪਾਸੇ ਅਸੀਂ ਇਹਨੂੰ ਸੰਸਾਰ ਕਹਿੰਦੇ ਹਾਂ। ਸੰਸਾਰ ਦੀ ਜਿਹੜੀ ਤਸ਼ਵੀਹ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ, ਹੋਰ ਸਾਰੇ ਸਾਧੂ ਸੰਤਾਂ ਨੇ ਸਮੁੰਦਰ ਦੇ ਨਾਲ ਦਿੱਤੀ ਆ ਵੀ ਇਹ ਜਿਹੜੇ ਸਮੁੰਦਰ ਦੇ ਵਿੱਚ ਤੂੰ ਰਹਿ ਰਿਹਾ ਨਾ, ਜਿਹੜੇ ਸੰਸਾਰ ਦੇ ਵਿੱਚ ਤੂੰ ਰਹਿ ਰਿਹਾ ਆ, ਇਹਦੇ ਵਿੱਚ ਰਹਿਣਾ ਇੱਕ ਸਮੁੰਦਰ ਦੇ ਵਿੱਚ ਰਹਿਣ ਦੀ ਤਰ੍ਹਾਂ ਆ ਵੀ ਜਿਵੇਂ ਤੂੰ ਸਮੁੰਦਰ ਦੇ ਵਿੱਚ ਰਹਿ ਰਿਹਾ ਹੋਵੇਂ, ਹੈ ਨਾ। ਅਤੇ ਇਹ ਸਮੁੰਦਰ ਦੇ ਵਿੱਚ ਬਹੁਤ ਸਾਰੀਆਂ ਛੱਲਾਂ ਆਉਂਦੀਆਂ ਨੇ। ਕਦੇ ਖੁਸ਼ੀ ਦੀ ਛੱਲ ਆਉਂਦੀ ਆ, ਕਦੇ ਦੁੱਖ ਦੀ ਛੱਲ ਆਉਂਦੀ ਆ, ਕਦੇ ਮੋਹ ਮੁਹੱਬਤ ਦੀ ਛੱਲ ਆਉਂਦੀ ਆ, ਹੈ ਨਾ। ਅਤੇ ਉਹ ਛੱਲਾਂ ਆਪਾਂ ਵਿਚਾਰਾਂਗੇ ਅੱਜ ਗੁਰਬਾਣੀ ਦੇ ਵਿੱਚ ਕਿ ਕਿਹੜੀਆਂ ਕਿਹੜੀਆਂ ਕੱਪਰੀਆਂ ਨੇ, ਜਿਹੜੀਆਂ ਛੱਲਾਂ ਨੇ ਇਨਸਾਨ ਨੂੰ ਖਰਾਬ ਕਰਦੀਆਂ ਨੇ, ਹੈ ਨਾ। ਅਤੇ ਉੱਥੇ ਜਿਹੜਾ ਬਚਣਾ ਆ ਉਹ ਕਿੱਦਾਂ ਬਚਣਾ ਆ। ਆਪਾਂ ਅੱਜ ਇੱਕ ਬੜਾ ਪਿਆਰਾ ਸ਼ਬਦ ਵਿਚਾਰ ਕਰਾਂਗੇ, ਆਪ। ਆਪ ਕੀ ਹੁੰਦਾ ਸੰਗਤ ਜੀ? ਸਤਿਗੁਰੂ ਕਹਿੰਦੇ ਨੇ ਕਿ ਜੇ ਤੂੰ ਸੰਸਾਰ ਵਿੱਚ ਸੁਖੀ ਵਸਣਾ ਚਾਹੁੰਦਾ ਆ, ਜੇ ਤੂੰ ਸੰਸਾਰ ਵਿੱਚ ਸੁਖੀ ਵਸਣਾ ਚਾਹੁੰਦਾ ਆ ਨਾ, ਕਿ ਤੂੰ ਸੁੱਖ ਤੇਰੇ ਕੋਲੇ ਵਸੇ, ਫਿਰ ਆਪਣੇ ਆਪ ਨੂੰ ਨਿਵਾਰ ਨਾ ਕਰ, ਨੀਵਾਂ ਕਰ। ਭਾਵ ਕਿ ਆਪਦੀ ਹਉਮੈ ਭਾਵ ਆ ਗਿਆ ਇੱਥੇ ਕਿ ਆਪਦੇ ਹਉਮੈ ਭਾਵ ਨੂੰ ਮੇਰੇ ਪਿਆਰੇ ਬੱਚੇ ਤੂੰ ਨੀਵਾਂ ਕਰਕੇ ਰੱਖ, ਤਲੇ ਕਰਕੇ ਰੱਖ, ਤਲੇ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਤਲੇ ਰੱਖ। ਕਿਉਂਕਿ ਜਿਹੜੇ ਵੱਡੇ ਲੋਕ ਬਣੇ, ਜਿਹੜੇ ਇਸ ਸੰਸਾਰ 'ਚ ਕੁਛ ਬਣੇ, ਵੱਡੇ ਵੱਡੇ ਬਣੇ, ਵੱਡਿਆਂ ਤੋਂ ਵੱਡੇ ਬਣੇ, ਫਿਰ ਦੇਖਿਆ ਕਿ ਵੱਡਿਆਂ ਤੋਂ ਹੋਰ ਵੱਡੇ ਨੇ, ਵੱਡਿਆਂ ਤੋਂ ਹੋਰ ਵੱਡੇ ਨੇ, ਹੰਕਾਰੀਆਂ ਤੋਂ ਹੋਰ ਹੰਕਾਰੀ ਨੇ, ਹੈ ਨਾ। ਅਤੇ ਉਹ ਸਾਰੇ ਕੀ ਹੋ ਗਏ ਜੀ? ਨਾਨਕ ਗਰਭ ਗਲੇ, ਗਰਭ ਦੇ ਵਿੱਚ ਗਲਦੇ ਰਹੇ ਉਹ ਲੋਕ, ਹੈ ਨਾ। ਜੇਕਰ ਤੂੰ ਇਸ ਸੰਸਾਰ ਵਿੱਚ ਚਾਹੇ ਕਿ ਤੇਰੇ ਨਾਲ ਸੁੱਖ ਵਸੇ, ਤਾਂ ਕੀ ਕਰ? ਆਪ ਨਿਵਾਰ ਤਲੇ, ਆਪਣੇ ਆਪ ਨੂੰ ਤਲੇ ਕਰਕੇ, ਨੀਵਾਂ ਕਰਕੇ ਵਰਤਿਆ ਕਰ ਸੰਸਾਰ ਦੇ ਵਿੱਚ। ਹੁਣ ਆਪ ਕੀ ਹੁੰਦਾ ਆ? ਆਪ ਹੁੰਦਾ ਆ, ਆਪਾਂ ਕਹੀਏ ਕਿ ਆਹ ਜ਼ਮੀਨ ਆ ਜਿਹੜੀ, ਜਿਸ ਕੈ ਅੰਤਰ ਰਾਜ ਅਭਿਮਾਨ, ਰਾਜ ਦਾ ਅਭਿਮਾਨ ਹੋਣਾ, ਹੈ ਨਾ। ਜਾਂ ਕੋਈ ਬੰਦਾ ਕਹੇ ਕਿ ਮੈਂ ਜੋਬਨਵੰਤ ਹਾਂ, ਕੋਈ ਕਹੇ ਕਿ ਆਪਸ ਕਉ ਕਰਮਵੰਤ ਕਹਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਅਤੇ ਧਨਵੰਤਾ ਹੋਏ ਕਰ ਗਰਭਾਵੈ। ਇਹ ਤਰ੍ਹਾਂ ਦੇ ਜਿਹੜੀ ਬਿਰਤੀ ਰੱਖਣ ਵਾਲੀ ਵੀ, ਆਓ ਜ਼ਮੀਨ ਮੇਰੀ, ਆਓ ਜਾਇਦਾਦ ਮੇਰੀ, ਉਹ ਕੋਠੀ ਤੁਰੇ ਪਲਾਣੇ ਪਾਉਣ ਵੇਗ, ਹਰ ਰੰਗੀ ਹਰਮ ਸਵਾਰਿਆ, ਇਹ ਚੀਜ਼ਾਂ ਮੇਰੀਆਂ ਨੇ, ਆਹ ਚੀਜ਼ਾਂ ਨੇ ਜਿਹੜੀਆਂ ਮੇਰੀਆਂ ਨੇ। ਆਹ ਜਿਹੜਾ ਸਰੀਰ ਆ ਇਹ ਮੇਰਾ, ਮੇਰਾ ਸਰੀਰ ਆ, ਇਹ ਕੱਪੜੇ ਮੇਰੇ ਨੇ, ਇਹ ਹੱਥ ਮੇਰੇ ਨੇ, ਇਹ ਅੱਖਾਂ ਮੇਰੀਆਂ ਨੇ, ਹੈ ਨਾ। ਸਰੀਰ ਦੇ ਵਿੱਚ ਹੀ ਆ ਗਈਆਂ। ਪਰ ਇਹ ਜਿਹੜੇ ਵਿਚਾਰ ਨੇ, ਇਹ ਚੀਜ਼ ਮੇਰੀ ਆ, ਮੇਰੇ ਵਿਚਾਰ ਨੇ। ਜਿਹੜੀ ਚੀਜ਼ ਸਾਨੂੰ ਕਹਿ ਰਹੀ ਆ ਨਾ ਵੀ ਇਹ ਵਿਚਾਰ ਮੇਰੇ ਨੇ, ਸੰਗਤ ਜੀ, ਉਹਦਾ ਨਾਮ ਮਹਾਂਪੁਰਖ ਲੋਕ, ਸੰਤ ਲੋਕ ਕਹਿੰਦੇ ਨੇ ਕਿ ਆਪ ਆ। ਉਹ ਚੀਜ਼ ਦਾ ਨਾਮ ਆਪ।
ਜੇ ਤੂੰ ਸੰਸਾਰ ਵਿੱਚ ਸੁਖੀ ਵਸਣਾ ਚਾਹੁੰਦਾ ਆ ਤਾਂ ਤੂੰ ਆਪ ਨਿਵਾਰ ਕੇ ਰੱਖ, ਆਪਣੇ ਇਸ ਆਪੇ ਨੂੰ ਨਾ ਨਿਵਾਰ ਕੇ ਰੱਖ, ਨੀਵਾਂ ਕਰਕੇ ਰੱਖ। ਪਰ ਜੇ ਤੂੰ ਇਸ ਸਾਗਰ ਤੋਂ, ਜਿਹਨੂੰ ਆਪਾਂ ਵਿਚਾਰ ਕਰਦੇ ਹਾਂ ਕਿ ਜੇ ਤੂੰ ਤਾਰੂ ਪਾਣ, ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ, ਇਹ ਜਿਹੜਾ ਸਾਗਰ ਆ ਇਹਨੂੰ ਮਤਲਬ ਅੱਗ ਦਾ ਸਾਗਰ ਕਿਹਾ ਜਾਂਦਾ ਸੰਸਾਰ ਸੰਗਤ ਜੀ। ਇਸ ਸਮੁੰਦਰ ਨੂੰ, ਇਸ ਸੰਸਾਰ ਨੂੰ ਅੱਗ ਦਾ ਸਾਗਰ, ਅੱਗ ਦਾ ਸਾਗਰ ਕਿਉਂ ਆ? ਅੱਗ ਜਿਹੜੀ ਹੁੰਦੀ ਆ ਸੰਗਤ ਜੀ, ਉਹ ਤ੍ਰਿਸ਼ਨਾ ਨੂੰ ਇੱਕ ਅੱਗ ਕਿਹਾ ਗਿਆ ਗੁਰਬਾਣੀ ਦੇ ਵਿੱਚ। ਜਿਹੜੀ ਚੀਜ਼ ਮੇਰੇ ਕੋਲੇ ਹੈਗੀ ਆ ਉਹ ਤੇ ਮੈਂ ਸੁਖੀ ਨਾ ਹੋਵਾਂ, ਹੋਰ ਮੰਗਦਾ ਜਾਵੇ ਬੰਦਾ, ਇਹ ਇੱਕ ਜਿਹੜੀ ਭਟਕਣਾ ਇਨਸਾਨ ਦੀ ਇਹ ਅੱਗ ਆ। ਸੋ ਸਤਿਗੁਰ ਕਹਿੰਦੇ ਕਿ ਜੇ ਤੂੰ ਇਸ ਸੰਸਾਰ 'ਚੋਂ, ਸਮੁੰਦਰ 'ਚੋਂ ਪਾਰ ਲੰਘਣਾ ਚਾਹੁੰਦਾ, ਫਿਰ ਕੀ ਕਰ, ਆਪ ਛੋੜ, ਆਪੇ ਤੋਂ ਟੱਪ ਜਾ। ਜੇ ਸੰਸਾਰ 'ਚ ਸੁਖੀ ਵਸਣਾ ਚਾਹੁੰਦਾ, ਫਿਰ ਇਹਨੂੰ ਨੀਵਾਂ ਕਰਕੇ ਰੱਖ। ਵੀ ਤੂੰ ਕਹੇ ਵੀ ਤੇਰਾ ਵੀ ਆਪਾ ਥੋੜ੍ਹਾ ਜਿਹਾ ਰਹੇ, ਦੁਨੀਆ ਤੈਨੂੰ ਮੰਨੇ, ਤੇਰੀ ਸਤਿਕਾਰ ਕਰੇ। ਪਰ ਜੇ ਤੂੰ ਇਹ ਤੋਂ ਟੱਪਣਾ ਚਾਹੁੰਦਾ ਵੀ ਇਹ ਮੈਂ ਹੁਣ ਮੈਨੂੰ ਇਹ ਆਪੇ ਦੀ ਵੀ ਲੋੜ ਨਹੀਂ ਹੈਗੀ, ਮੈਨੂੰ ਕੋਈ ਭਲਾ ਕਹੇ, ਕੋਈ ਬੁਰਾ ਕਹੇ, ਮੈਨੂੰ ਇਹਦੀ ਜ਼ਰੂਰਤ ਨਹੀਂ, ਪਰ ਮੈਂ ਹੁਣ ਇਸ ਜਿਹੜਾ ਭਵ ਜਲਿਆ, ਜਿਹੜਾ ਜਿਹਨੂੰ ਮਹਾਰਾਜ ਕਹਿੰਦੇ ਨੇ ਕਿ ਬੰਬਾਈਨੀ ਕੱਪਰੀ, ਜਿਹ 'ਚ ਵੱਡੀਆਂ ਵੱਡੀਆਂ ਛੱਲਾਂ ਆਉਂਦੀਆਂ ਨੇ, ਹੈ ਨਾ, ਜੇ ਤੂੰ ਇਹਨਾਂ ਛੱਲਾਂ ਤੋਂ ਟੱਪਣਾ ਚਾਹੁੰਦਾ, ਪਾਰ ਜਾਣਾ ਚਾਹੁੰਦਾ, ਫਿਰ ਕੀ ਕਰ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕਿ ਆਪ ਛੋੜ, ਇਹਨੂੰ ਪਿੱਛੇ ਕਰਕੇ, ਆਪੇ ਨੂੰ ਨਾ ਜਣਾ ਕੇ ਬੇਨਤੀ ਕਰੋ। ਆਪ ਛੋੜ ਬੇਨਤੀ ਕਰੋ, ਤੂੰ ਸਮਰੱਥ ਵੱਡਾ। ਇੱਥੇ ਤੁਹਾਡਾ ਆਪਾ ਆਪਦੇ ਆਪ ਠੰਡਾ ਹੁੰਦਾ ਜਾਏਗਾ, ਛੁੱਟਦਾ ਜਾਏਗਾ, ਭਾਵ ਇਹਦੇ ਅਭਿਆਸ ਦੀ ਲੋੜ ਹੁੰਦੀ ਆ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋਰੀ ਰਾਮ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਤੂੰ ਸਮਰੱਥ ਵੱਡਾ, ਹੇ ਵਾਹਿਗੁਰੂ ਤੂੰ ਵੱਡਾ ਆ, ਮੇਰੀ ਮਾਤਾ ਜਿਹੜੀ ਉਹ ਥੋਰੀ ਆ। ਆਪ ਛੋੜ ਬੇਨਤੀ ਕਰੋ। ਇਹ ਬਹੁਤ ਅਭਿਆਸ ਦੀ ਲੋੜ ਆ ਸਾਨੂੰ, ਇਸ ਮੰਤਰਾਂ ਦੀ, ਬਾਣੀ ਦੇ ਜਪਣ ਦੀ, ਜਿੱਦਾਂ ਕਿ ਇਹ ਸਾਥੋਂ ਸਾਡਾ ਆਪਾ ਛੁੱਟ ਜਾਵੇ, ਸਾਈਡ 'ਤੇ ਹੋ ਜਾਵੇ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਕਿਹੜਾ ਸਾਗਰ ਤਰਨਾ ਜੀ? ਅਗਨ ਸਾਗਰ, ਜਿਹ 'ਚ ਬਹੁਤ ਕੱਪਰੀਆਂ ਆਉਂਦੀਆਂ ਨੇ, ਬੰਬਾਈਨੀ ਡੋਬਣ ਵਾਲੀਆਂ ਕੱਪਰੀਆਂ। ਪਰ ਜਿਹੜੀ ਸੰਗਤ ਜੀ ਅਸੀਂ ਕੱਲ੍ਹ ਵਿਚਾਰ ਕਰੀ ਸੀ ਗੁਰੂ ਬਾਣੀ ਦੇ ਵਿੱਚੋਂ, ਜਿਹੜੀ ਸੁਖਮਨੀ ਸਾਹਿਬ ਦੀ ਬਾਣੀ ਆ ਨਾ, ਇਹਦੀ ਖੂਬਸੂਰਤੀ ਕੀ ਆ, ਇਹ ਸਾਡੇ ਜੀਵਨ ਦੇ ਹਰ ਪਹਿਲੂ ਨੂੰ, ਹਰ ਪੱਖ ਨੂੰ, ਸਾਡੇ ਜੀਵਨ ਦੇ ਹਰ ਸਵਾਲ ਨੂੰ ਹੱਲ ਕਰਦੀ ਆ, ਹਰ ਸਵਾਲ ਨੂੰ ਹੱਲ ਕਰਦੀ ਆ ਸੁਖਮਨੀ ਸਾਹਿਬ ਜੀ ਦੀ ਬਾਣੀ ਆ ਜਿਹੜੀ। ਅਤੇ ਆਪਾਂ ਕੱਲ੍ਹ ਵਿਚਾਰ ਕੀਤੀ ਸੀ ਕਿ ਜੇ ਤੈਨੂੰ ਬਹੁਤ ਸਾਰੀਆਂ ਲਹਿਰਾਂ ਨਾਲ ਟਕਰਾਉਣ ਦਾ ਵੱਲ ਆ ਗਿਆ ਸੰਸਾਰ 'ਚ ਰਹਿੰਦੇ ਹੋਏ, ਤੂੰ ਗੁਰੂ ਦੀ ਮੱਤ ਲਈ, ਅਤੇ ਗੁਰੂ ਦੀ ਮੱਤ ਲੈ ਕੇ ਤੈਨੂੰ ਬਹੁਤ ਸਾਰੀਆਂ ਲਹਿਰਾਂ ਦੇ ਨਾਲ, ਜਿਵੇਂ ਕਿ ਆਹ ਵੱਡੀ ਲਹਿਰ ਆਈ ਪਈ ਆ, ਜਿਸ ਕੈ ਅੰਤਰ ਰਾਜ ਅਭਿਮਾਨ, ਬੰਦੇ ਨੂੰ ਹੋਏਗਾ ਹੀ ਹੋਏਗਾ ਜੀ। ਤੁਹਾਡੇ ਕੋਲ ਧਨ ਦੌਲਤ ਹੋਵੇ ਅਤੇ ਅਭਿਮਾਨ ਨਾ ਹੋਵੇ, ਇਹ ਹੋ ਨਹੀਂ ਸਕਦਾ ਹੈਗਾ। ਪਰ ਜਿਹੜਾ ਇਹ ਗੁਰਮੁਖ ਆ, ਇਹਨੂੰ ਪਤਾ ਲੱਗ ਗਈ ਗੱਲ, ਇਸ ਨੂੰ ਪਤਾ ਲੱਗ ਗਈ ਕਿ ਇਹ ਦਾਤ ਮੈਨੂੰ ਜਿਹੜੀ ਮਿਲੀ ਹੋਈ ਆ, ਇਹ ਵਕਤੀ ਤੌਰ 'ਤੇ ਥੋੜ੍ਹੇ ਜਿਹੇ ਵਕਤ ਲਈ ਮਿਲੀ ਹੋਈ ਆ। ਜੇ ਮੈਂ ਇਹਦਾ ਅਭਿਮਾਨ ਕਰੂੰਗਾ, ਸੋ ਨਰਕ ਪਾਤੀ ਹੋਵਤ ਸਵਾਨ। ਇਹ ਸਵਾਨ ਮਤਲਬ ਕੁੱਤਾ, ਹੋਵਤ ਦਾ ਮਤਲਬ ਪੱਕਾ ਹੀ ਬਣੂਗਾ। ਹੁਣ ਇਹ ਗੁਰਸਿੱਖ ਆਪਦੀਆਂ ਚੀਜ਼ਾਂ ਦਾ, ਆਪਦੇ ਰਾਜ ਦਾ ਕੋਈ ਅਭਿਮਾਨ ਨਹੀਂ ਕਰਦਾ ਹੈਗਾ। ਸ਼ਬਦਾਂ ਦੀ ਖੂਬਸੂਰਤੀ ਦੇਖੋ, ਕਿਆ ਪਿਆਰੇ ਪਿਆਰੇ ਸ਼ਬਦ ਸਤਿਗੁਰਾਂ ਨੇ ਵਰਤੇ ਨੇ,
ਜੋ ਜਾਣੈ ਮੈਂ ਜੋਬਨਵੰਤ। ਜੋਬਨਵੰਤ, ਜੋਬਨਵੰਤ ਦਾ ਮਤਲਬ, ਵੰਤ ਦਾ ਮਤਲਬ ਹੁੰਦਾ ਰੱਖਣ ਵਾਲਾ। ਵੀ ਮੈਂ ਆਪਦੀ ਤਾਕਤ ਸਾਂਭ ਕੇ ਰੱਖੀ ਹੋਈ ਆ। ਕੋਈ ਬੰਦਾ ਕਹੇ ਨਾ ਵੀ ਮੈਂ ਆਪਦੀ ਤਾਕਤ ਸਾਂਭ ਕੇ ਰੱਖੀ ਹੋਈ ਆ, ਬਹੁਤ ਧੰਨਵਾਦ ਭਾਈ, ਤੂੰ ਆਪਦੀ ਤਾਕਤ ਸਾਂਭ ਕੇ ਰੱਖੀ। ਪਰ ਗੁਰਦੇਵ ਕਹਿੰਦੇ ਕਿ ਇਹ ਤਾਕਤ ਆਈ ਕਿੱਥੋਂ? ਇਹ ਤਾਕਤ ਆਈ ਕਿੱਥੋਂ? ਇਹ ਤਾਕਤ ਅਕਾਲ ਪੁਰਖ ਪਰਮਾਤਮਾ ਦੀ ਦਿੱਤੀ ਹੋਈ ਆ। ਜੇ ਤੂੰ ਇਹਨੂੰ ਸੰਭਾਲ ਕੇ ਰੱਖ ਸਕਿਆ, ਇਹ ਵੀ ਮੱਤ ਉਸ ਵਾਹਿਗੁਰੂ ਦੀ ਦਿੱਤੀ ਹੋਈ ਆ। ਜੇ ਤੂੰ ਫਿਰ ਇਹ 'ਚ ਆਪਾ ਪਾ ਕੇ ਹੰਕਾਰ ਕਰਦਾ ਤਾਂ ਸੋ ਹੋਵਤ ਬਿਸ਼ਟਾ ਕਾ ਜੰਤ। ਗੁਰੂ ਮਹਾਰਾਜ ਕਹਿੰਦੇ ਕਿ ਇਸ ਗੁਰਸਿੱਖ ਨੂੰ ਪਤਾ ਲੱਗ ਗਿਆ ਕਿ ਮੈਂ ਇਸ ਤਾਕਤ ਦਾ, ਇਸ ਹੰਕਾਰ ਨਹੀਂ ਕਰਨਾ ਹੈਗਾ, ਅਤੇ ਬਚ ਜਾਂਦਾ ਆ। ਇਹ ਹੰਕਾਰ ਕਰਨ ਤੋਂ ਬਚ ਜਾਂਦਾ ਆ। ਇਹ ਵੱਡਾਪਣਾ ਅਕਾਲ ਪੁਰਖ ਦੀ ਦਇਆ ਆ ਇਸ ਗੁਰਸਿੱਖ ਦੇ ਉੱਤੇ ਕਿ ਇਹ ਕੱਪਰੀ ਤੋਂ, ਜਿਹੜੀ ਛਲ ਆਉਂਦੀ ਆ, ਉਸ ਤੋਂ ਬਚ ਜਾਂਦਾ ਆ। ਆਪਸ ਕਉ ਕਰਮਵੰਤ ਕਹਾਵੈ। ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਆਪਣੇ ਆਪ ਨੂੰ ਬਹੁਤ ਵੱਡਾ ਕਰਮਵੰਤੀ ਕਹਾਉਣਾ। ਮਹਾਰਾਜ ਕਹਿੰਦੇ ਨੇ ਕਿ ਭਾਈ ਜਨਮ 'ਚ ਮਰੇਗਾ, ਜੰਮੇਗਾ, ਜੰਮੇਗਾ, ਮਰੇਗਾ। ਤਾਂ ਜਿਹੜਾ ਇਹ ਹੁਣ ਸਮੁੰਦਰ ਸੰਸਾਰ 'ਚ ਰਹਿ ਰਿਹਾ ਗੁਰਸਿੱਖ, ਗੁਰੂ ਤੋਂ ਜਿਹਨੇ ਮੱਤ ਲੈ ਲਈ, ਖਰੇ ਸੁਜਾਣਾ ਤੋਂ ਜਿਹਨੇ ਮੱਤ ਲੈ ਲਈ, ਗੁਰੂ ਅਰਜਨ ਦੇਵ ਜੀ ਤੋਂ ਜਿਹਨੇ ਮੱਤ ਲੈ ਲਈ, ਉਹ ਕਦੇ ਆਪਣੇ ਆਪ ਨੂੰ ਕਹਾਏਗਾ ਨਹੀਂ ਕਿ ਮੈਂ ਕਰਮਵੰਤ ਹਾਂ। ਧਨ ਭੂਮਿਕਾ ਜੋ ਕਰੇ ਗਮਾਨ, ਨਹੀਂ ਕਰੇਗਾ ਗਮਾਨ। ਇਹਨੂੰ ਪਤਾ ਵੀ ਗੁਰੂ ਦੀ ਨਜ਼ਰ ਵਿੱਚ ਮੈਂ ਮੂਰਖ ਹੋਊਂਗਾ, ਅੰਨਾ ਹੋਊਂਗਾ ਅਤੇ ਅਗਿਆਨੀ ਹੋਊਂਗਾ। 3 ਗਾਲਾਂ, ਮਤਲਬ 3 ਦੋਸ਼ ਮਹਾਰਾਜ ਨੇ ਲਗਾਇਆ ਇਸ ਬੰਦੇ ਦੇ ਨਾਲ। ਮਾੜੀ ਜੀ ਜਾਇਦਾਦ ਹੁੰਦੀ ਆ ਅਤੇ ਬੰਦਾ ਵਡਿਆਈਆਂ ਮਾਰ, ਉਹ ਜ਼ਮੀਨ ਮੇਰੀ, ਉਹ ਮੈਂ ਕੰਮ ਕਰ ਕਰਕੇ ਲਈ ਆ। ਸੋ ਮੂਰਖ, ਮਹਾਰਾਜ ਕਹਿੰਦੇ ਮੂਰਖ, ਪਤਾ ਹੀ ਨਹੀਂ ਕੋਈ ਗੱਲ, ਬਸ ਮੂੰਹ ਹੀ ਬੋਲਦਾ। ਅੰਧਾ, ਇਹਨੂੰ ਇਹ ਨਹੀਂ ਪਤਾ ਵੀ ਇੱਥੇ ਮੇਰਾ ਬਾਪ ਵੀ ਕੰਮ ਕਰਦਾ ਸੀ, ਇੱਥੇ ਮੇਰਾ ਦਾਦਾ ਵੀ ਕੰਮ ਕਰਦਾ ਸੀ, ਇੱਥੇ ਮੇਰਾ ਪੜਦਾਦਾ ਵੀ ਕੰਮ ਕਰਦਾ ਸੀਗਾ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਕਿੱਥੇ ਚਲੇ ਗਏ ਉਹ ਲੋਕ? ਸਤਿਗੁਰੂ ਨੇ ਕਿਰਪਾ ਕਰੀ, ਮਹਾਰਾਜ ਨੇ ਦਇਆ ਕਰੀ ਕਿ ਜੇ ਹਿਰਦੇ ਦੇ ਵਿੱਚ ਕਿਰਪਾ ਕਰ, ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ। ਵਸਾਤੀ ਮਤਲਬ ਨਿਮਰਤਾ ਪਰਮਾਤਮਾ ਨੇ ਵਸਾ ਦਿੱਤੀ। ਸਤਿਗੁਰੂ ਕਹਿੰਦੇ ਕਿ ਨਾਨਕ ਇਹਾਂ ਮੁਕਤ, ਇੱਥੇ ਉਹ ਮੁਕਤ ਆ, ਜੀਵਨ ਮੁਕਤ ਆ ਸੰਗਤ ਜੀ। ਮੁਕਤੀ ਕੋਈ ਬਾਹਰੋਂ ਨਹੀਂ ਮਿਲਦੀ, ਮਰ ਕੇ ਮੁਕਤੀ ਨਹੀਂ ਮਿਲਦੀ। ਆਹ ਗੁਰੂ ਜੀ ਦੀ ਬਾਣੀ ਆਪਾਂ ਸਮਝਣੀ ਆ, ਆਪਣੇ ਅੰਦਰ ਧਾਰਨ ਕਰਨੀ ਆ। ਨਾਨਕ ਇਹਾਂ ਮਤਲਬ ਜਿਉਂਦੇ ਜੀ, ਜਿੰਨਾ ਕੁ ਚਿਰ ਇਹ ਸੰਸਾਰ ਵਿੱਚ ਜੀਵੇਗਾ ਓਨਾ ਚਿਰ। ਨਾਨਕ ਇਹਾਂ ਮੁਕਤ ਆਗੈ, ਜਿੰਨਾ ਜੀਵਨ ਅੱਗੇ ਜੀਵੇਗਾ ਸੁੱਖ ਪਾਵੈ, ਸੁੱਖ ਮਿਲੂਗਾ ਇਹਨੂੰ। ਗਰੀਬੀ ਨਿਮਰਤਾ, ਨਿਮਰਤਾ ਮਤਲਬ ਆਪਣੇ ਆਪ ਨੂੰ ਇਹਨੇ ਹਲਕਾ ਕਰ ਲਿਆ। ਇਸ ਸਿੱਖ ਨੇ ਆਪਣੇ ਆਪ ਨੂੰ ਹਲਕਾ ਕਰ ਲਿਆ, ਭਾਰ ਨਹੀਂ ਕੋਈ ਹੈਗਾ। ਹੁਣ ਬੜਾ ਸੌਖਾ ਇਹ ਕੱਪਰੀਆਂ ਦੇ ਵਿੱਚ ਦੀ, ਮਤਲਬ ਕੀ ਕਹਿੰਦੇ ਆ, ਛੱਲਾਂ ਦੇ ਵਿੱਚ ਦੀ, ਵੇਵਜ਼ ਦੇ ਵਿੱਚ ਦੀ ਈਜੀ ਤਰ ਲੰਘ ਗਿਆ। ਹੁਣ ਇਸ ਨੂੰ ਚੀਜ਼ਾਂ ਨੇ ਤੰਗ ਨਹੀਂ ਕਰਿਆ ਹੈਗਾ। ਹੁਣ ਇਹ ਨਹੀਂ ਕਹਿੰਦਾ ਕਿ ਜਬ ਲੱਗ ਜਾਣੈ ਮੁਝ ਤੇ ਕੁਛ ਹੋਏ। ਹੁਣ ਇਹ ਸਿੱਖ ਇਹ ਨਹੀਂ ਕਹਿੰਦਾ ਹੈਗਾ। ਦੇਖਿਓ, ਕਿਸੇ ਤੋਂ ਕਹਾ ਕੇ ਦੇਖਿਓ, ਜਿਹੜਾ ਗੁਰਮੁਖ ਹੋਏਗਾ ਉਹ ਕਦੇ ਵੀ ਨਹੀਂ ਕਹੇਗਾ ਕਿ ਮੈਥੋਂ ਹੋਇਆ, ਉਹ ਕਹੇਗਾ ਵਾਹਿਗੁਰੂ ਨੇ ਕਰਾਇਆ। ਕਿਉਂਕਿ ਉਹਨੂੰ ਪਤਾ ਵੀ ਜਦੋਂ ਮੈਂ ਇਹ ਕਹਿਤਾ ਸ਼ਬਦ ਕਿ ਮੈਥੋਂ ਕੁਛ ਹੋਇਆ, ਤਬ ਇਸ ਕੋ ਸੁੱਖ ਨਾਹੀ ਕੋਏ। ਸਾਰੀ ਜਿਹੜੀ ਕਰੀ ਕਮਾਈ ਹੁੰਦੀ ਆ ਉਹ ਖਰਾਬ ਹੋ ਜਾਂਦੀ ਆ। ਜਬ ਲੱਗ ਜਾਣੈ ਮੁਝ ਤੇ ਕੁਛ ਹੋਏ, ਜਦੋਂ ਤੁਹਾਡਾ ਗੁਰਬਾਣੀ ਨਾਲ ਪਿਆਰ ਬਣਦਾ ਨਾ, ਫਿਰ ਤੁਹਾਨੂੰ ਇੱਦਾਂ ਬਾਰ-ਬਾਰ ਬੋਲਣ ਨੂੰ, ਜਿਵੇਂ ਮੈਂ ਬੋਲੀ ਜਾਂਦਾ, ਮੈਨੂੰ ਹੁੰਦਾ ਵੀ 2-3 ਵਾਰੀ ਇੱਕ ਸ਼ਬਦ ਬੋਲਿਆ ਜਾਵੇ, ਹੈ ਨਾ, ਪਰ ਫਿਰ ਵਿਚਾਰ ਲੰਬੀ ਹੋ ਜਾਂਦੀ ਆ। ਤਬ ਇਸ ਕੋ ਸੁੱਖ ਨਾਹੀ ਕੋਏ, ਪਤਾ ਲੱਗ ਗਿਆ ਇਸ ਨੂੰ, ਗੁਰਸਿੱਖ ਨੂੰ। ਜਬ ਇਹ ਜਾਣੈ ਮੈਂ ਕਿਛ ਕਰਤਾ,
ਹੁਣ ਇਹਨੂੰ ਪਤਾ ਵੀ ਜੇ ਮੈਂ ਇਹ ਕਹਿਤਾ ਵੀ ਮੈਂ ਕੁਛ ਕਰਿਆ, ਤਬ ਲੱਗ ਗਰਭ ਜੋਨ ਮਹਿ ਫਿਰਤਾ, ਫਿਰ ਮੈਂ ਭਟਕੂੰਗਾ। ਜੇ ਮੈਂ ਮੇਰ ਤੇਰ ਕਰੂੰਗਾ ਸੰਸਾਰ ਦੇ ਵਿੱਚ ਰਹਿੰਦੇ ਹੋਏ, ਮੇਰਾ ਤੇਰਾ ਕਰੂੰਗਾ, ਆਪਣੇ ਬਗਾਨੇ ਦੇਖੂੰਗਾ, ਗੋਰੇ ਕਾਲੇ ਦੇਖੂੰਗਾ, ਉੱਚੇ ਨੀਵੇਂ ਦੇਖੂੰਗਾ, ਮੇਰਾ ਚਿੱਤ ਖਰਾਬ ਹੋਊਗਾ। ਇਹਨੂੰ ਪਤਾ ਲੱਗ ਗਈ ਗੱਲ। ਹੁਣ ਇਹ ਕੱਪਰੀ ਆ ਜਿਹੜੀ, ਆਹ ਜਿਹੜੀ ਲਹਿਰ ਆ ਗਰਭ 'ਚ ਡੋਬਣ ਵਾਲੀ, ਆਹ ਜਿਹੜੀ ਲਹਿਰ ਆ, ਜਬ ਧਾਰੈ ਕਉ ਬੈਰੀ ਮੀਤ, ਬੈਰੀ ਉਹ ਮੇਰਾ ਬੈਰੀ ਆ, ਉਹ ਮੇਰਾ ਮਿੱਤਰ ਆ। ਤਬ ਲੱਗ ਨਿਹਚਲ ਨਾਹੀ ਚੀਤ। ਹੁਣ ਇਹ ਤੋਂ ਬਚ ਗਿਆ ਇਹ ਗੁਰਸਿੱਖ। ਕੀ ਹੋ ਗਿਆ ਜੀ? ਬਚ ਗਿਆ ਵੀ ਮੈਂ ਨਹੀਂ ਕਹੂੰਗਾ, ਮੈਂ ਬੈਰੀ ਮੀਤ ਨਹੀਂ ਕਹੂੰਗਾ। ਜਬ ਲੱਗ ਮੋਹ ਮਗਨ ਸੰਗ ਮਾਏ, ਵੀ ਮੈਂ ਮੋਹ ਦੇ ਵਿੱਚ ਮਗਨਤਾ ਪਾਊਗਾ, ਮਗਨਤਾ ਦੇ ਵਿੱਚ ਮੇਰਾ ਮਤਲਬ ਆਪਾ ਵਿੱਚ ਇਨਵੋਲਵ ਕਰਕੇ ਪਾਵੇ। ਇਹਨੂੰ ਪਤਾ ਵੀ ਮੂਹਰੇ ਜਾ ਕੇ ਮੈਨੂੰ ਸਜ਼ਾ ਮਿਲਣੀ ਆ। ਤਬ ਲੱਗ ਧਰਮ ਰਾਏ ਦੇ ਸਜਾਏ, ਉਹਨੇ ਅਕਾਊਂਟ 'ਚੋਂ ਪੈਸੇ ਕੱਟ ਲੈਣੇ, ਉਹਨੇ ਅਕਾਊਂਟ 'ਚ ਕੀਤਾ ਹੋਇਆ ਨਾਮ ਸਿਮਰਨ ਕੱਟ ਲੈਣਾ। ਸੰਗਤ ਜੀ, ਪ੍ਰਭ ਕਿਰਪਾ ਤੇ ਬੰਧਨ ਟੂਟੇ, ਗੁਰ ਪ੍ਰਸਾਦ ਨਾਨਕ ਹਉ ਛੁੱਟੇ। ਜੇ ਤੇਰੀ ਹਉ ਛੁੱਟ ਗਈ ਆ, ਜੇ ਤੇਰੀ ਹਉ ਛੁੱਟ ਗਈ ਆ, ਤਾਂ ਵੀ ਤੂੰ ਭਾਈ ਤਾਹੂ ਖਰੇ ਸੁਜਾਨ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਿਆ ਕਰੀ, ਸਤਿਗੁਰਾਂ ਦੇ ਚਰਨਾਂ ਵਿੱਚ ਬੈਠਿਆ ਕਰੀ, ਕਿ ਕਿਤੇ ਮੁੜ ਕੇ ਦੁਬਾਰਾ ਤੈਨੂੰ ਹਉ ਨਾ ਆ ਜੇ, ਤੈਨੂੰ ਕੋਈ ਰੋਗ ਨਾ ਲੱਗ ਜੇ। ਪੁੱਛਦਾ ਰਿਹਾ ਕਰ, ਤਾਹੂ ਖਰੇ ਸੁਜਾਨ। ਜਿਹੜੇ ਨਾਮ ਜਪਦੇ ਆ, ਜਿਹੜੇ ਬਾਣੀ ਪੜ੍ਹਦੇ ਆ, ਉਹਨਾਂ ਨੂੰ ਵੀਰ ਪੁੱਛਦਾ ਰਿਹਾ ਕਰ ਕਿ ਕਿਸ ਤਰ੍ਹਾਂ ਮੈਂ ਇੱਥੋਂ ਬਚ ਸਕਦਾ ਹਾਂ, ਕਿੱਦਾਂ ਮੇਰੀ ਹਉ ਛੁੱਟੀ ਰਹਿ ਸਕਦੀ ਆ, ਕਿੱਦਾਂ ਜਿਹੜੇ ਇਹ ਬੰਧਨ ਨੇ ਟੁੱਟੇ ਰਹਿ ਸਕਦੇ ਨੇ, ਕਿ ਮੈਂ ਵਿੱਚ ਡੁੱਬਾਂ ਨਾ। ਜੇ ਤੂੰ ਤਾਰੂ ਪਾਣ, ਹੁਣ ਤੂੰ ਸਿੱਖ ਗਿਆ ਤਰਨਾ, ਤਾਹੂ ਪੁੱਛ ਤੜਾ ਨਕਲ, ਕਿ ਬੰਧਨ ਨਾ ਪੈ ਜੇ ਕੋਈ, ਕਿ ਤੈਨੂੰ ਕੋਈ ਚੀਜ਼ ਥੱਲੇ ਨਾ ਡੋਬ ਦੇਵੇ, ਹੈ ਨਾ। ਸੰਗਤ ਜੀ, ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।